पंजाब की सियासत विच इस वेले अजिहा मामला चर्चा का केंद्र बनिया होया है, जिस विच सीधा सवाल पंजाब के मुख्यमंत्री भगवंत मान की पत्नी डॉक्टर गुरप्रीत कौर नूं लैके खड़ा होया। मामला है 5 करोड़ के कथित लैण देण अते एक बलात्कार मामले नूं रफा दफा करन ते इल्जामां दा। मामला इन्ना गंभीर हो गया कि हुण नैशनल ह्यूमन राइट्स कमीशन यानी कि NHRC ने भी पंजाब सरकार तो रिपोर्ट मांग लई है। NHRC मैंबर प्रियंका कानूनगो ने कहा कि कमीशन कोल एक शिकायत आई जिस विच साबका पंजाब अते हरियाणा हाईकोर्ट जज जस्टिस रणजीत सिंह वल्लों यह दावा कीते जाण दी गल कही गई है कि बलात्कार दे एक मामले नूं रफा दफा करन लई 5 करोड़ रुपए की मांग की गई। NHRC ने पंजाब के मुख्य सकत्तर ते DGP नूं मामले की जांच करके रिपोर्ट देने लई कहा। फिलहाल हुण इस मामले ने सियासी तूफान का रूप धार लिया। शायद पहली बारी पंजाब दी या किसी सूबे दे इतिहास च होया है कि नैशनल ह्यूमन राइट्स कमीशन ने इस गल दा नोटिस लिया है कि किवें एक बंदा ओदा नाम है गुरी चैल, ओदे ते रेप दे 2 परचे दर्ज हुंदे है और 2 परचे दर्ज इस गल दे हुंदे है जिथे पीड़ता ਇਹ ਇਲਜ਼ਾਮ ਲਾਉਂਦੀਆਂ ਨੇ कि सानू ਵਿਆਹ ਦੇ ਝਾਂਸੇ 'ਚ ਸਾਡਾ ਸਰੀਰਕ ਸ਼ੋਸ਼ਣ ਹੋਇਆ ਔਰ ਜਦ ਇਹ ਇਲਜ਼ਾਮ ਲੱਗਦੇ ਨੇ ਪੰਜਾਬ ਪੁਲਿਸ ਪਰਚਾ ਦਰਜ ਕਰਦੀ ਹੈ ਤੇ ਗੁਰੀ ਚੈਲ ਨੂੰ ਅਰੈਸਟ ਕਰਦੀ ਹੈ। ਮਗਰ ਸ਼ਾਇਦ ਇਹ ਵੀ ਪਹਿਲੀ ਵਾਰੀ ਹੋਇਆ ਕਿ ਇਹ ਜੇ ਸੰਗੀਨ ਮਾਮਲਿਆਂ 'ਚ ਜਿਹਦੇ 'ਚ ਬੇਲ ਨਹੀਂ ਸਿੱਧੀ ਸਜ਼ਾ ਹੁੰਦੀ ਹੈ ਉਹਨਾਂ ਕੇਸਾਂ 'ਚ 2 ਮਹੀਨੇ ਦੇ ਅੰਦਰ 3 ਵੀ ਨਹੀਂ 2 ਮਹੀਨੇ ਦੇ ਅੰਦਰ ਅੰਦਰ ਗੁਰੀ ਚੈਲ ਦੋਵੇਂ ਪਰਚਿਆਂ ਚੋਂ ਡਿਸਚਾਰਜ ਕਰਤੇ ਗਏ ਆ। ਮਤਲਬ ਇਹ ਪੰਜਾਬ ਪੁਲਿਸ ਨੇ ਵਰਜਨ ਦਿੱਤਾ ਹੈ ਕੋਰਟ 'ਚ ਕਿ ਜੀ ਜਿਹੜੇ ਪੀੜਤਾ ਪਰਿਵਾਰ ਨੇ ਉਹ ਸਾਹਮਣੇ ਨਹੀਂ ਆਏ। ਇਸ ਕਿਸਮ ਦੀ ਪੀੜਤ ਪਰਿਵਾਰਾਂ ਨਾਲ ਬੇਇਨਸਾਫੀ ਧੱਕੇਸ਼ਾਹੀ ਹੋਈ ਕਿ ਪੁਲਿਸ ਕੋਲ ਉਹ ਜਾ ਕੇ ਜੇ ਆਪਣੀ ਫਰਿਆਦ ਰੱਖਦੇ ਸੀ ਉਹਨਾਂ ਨੂੰ ਦਬਾਇਆ ਜਾਂਦਾ ਸੀ, ਉਹਨਾਂ ਨੂੰ ਡਰਾਇਆ ਜਾਂਦਾ ਸੀ ਕਿ ਭਾਈ ਡੋਂਟ ਇਹਦੇ 'ਚ ਅੱਗੇ ਐਕਸ਼ਨ ਨਾ ਮੰਗੋ ਔਰ ਅਖੀਰ 'ਚ ਪੰਜਾਬ ਪੁਲਿਸ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਅੱਜ ਗੁਰੀ ਚੈਲ ਬਾਹਰ ਹੈ, ਤੁਸੀਂ ਸਾਰਿਆਂ ਨੇ ਉਹ ਵੀਡੀਓਜ਼ ਵੇਖੀਆਂ ਨੇ। ਅਖੀਰ 'ਚ ਉਹ ਪਰਿਵਾਰ ਕੋਰਟਸ ਨੂੰ ਅਪਰੋਚ ਕਰਦੇ ਆ ਕਿ ਸਾਡੇ ਨਾਲ ਐਡੀ ਬੇਇਨਸਾਫੀ ਹੋਈ ਹੈ ਤੇ ਉਹਦੇ 'ਚ ਨਾਂ ਕਿਹਦਾ ਆਉਂਦਾ, ਉਹਦੇ 'ਚ ਨਾਂ ਹੁੰਦਾ 5 ਕਰੋੜ ਲੈਣ ਦੇਣ ਦੀ ਗੱਲ ਮੁੱਖ ਮੰਤਰੀ ਦੇ ਧਰਮ ਪਤਨੀ ਗੁਰਪ੍ਰੀਤ ਕੌਰ ਦੇ ਰਿਸ਼ਤੇਦਾਰ ਗਰੇਵਾਲ ਕਰਕੇ ਨੇ, ਉਹਨਾਂ ਦੇ ਰਿਸ਼ਤੇਦਾਰ ਨੇ ਨਜ਼ਦੀਕੀ, ਉਹਨਾਂ ਦੀਆਂ ਬੜੀਆਂ ਫੋਟੋਜ਼ ਨੇ ਮੁੱਖ ਮੰਤਰੀ ਸਾਹਿਬ ਨਾਲ ਨੇੜ ਪਿਆਰ ਔਰ ਮੁੱਖ ਮੰਤਰੀ ਸਾਹਿਬ ਨੇ ਇਸ ਗਰੇਵਾਲ ਸਾਹਿਬ ਨੂੰ 15 ਗਨਮੈਨ ਵੀ ਦਿੱਤੇ ਹੋਏ ਆ, ਪੁਲਿਸ ਦੇ ਕਮਾਂਡੋ ਵੀ ਦਿੱਤੇ ਗਏ ਸੀ। ਉਹਦੀ ਨੇੜਤਾ, ਉਹਦੀ ਹਿਫਾਜ਼ਤ ਪੰਜਾਬ ਪੁਲਿਸ CM ਸਿਕਿਉਰਿਟੀ ਦੇ ਰਿਸ਼ਤੇਦਾਰ ਦੀ ਪੰਜਾਬ ਪੁਲਿਸ ਕਰ ਰਹੀ ਹੈ। ਹੁਣ ਉਹ ਜੇ ਇਨਸਾਨ ਨੇ 5 ਕਰੋੜ ਡਿਮਾਂਡ ਕੀਤੇ ਔਰ ਸਿਰਫ ਇਸ ਲਈ ਕੀਤੇ ਕਿ ਉਹ CM ਦੇ ਇਨਫਲੂਐਂਸ ਨੂੰ ਵਰਤ ਕੇ ਉਹਨੂੰ ਬਾਹਰ ਕਢਾ ਦੇਣਗੇ ਔਰ ਇਹ ਵਾਕਈ ਜਾਂਚ ਦਾ ਵਿਸ਼ਾ ਇਸ ਲਈ ਬਣ ਗਿਆ ਕਿਉਂਕਿ ਉਹ ਬਾਹਰ ਆ ਗਿਆ ਬੰਦਾ ਜਿਹਨੂੰ ਸ਼ਾਇਦ ਸਜ਼ਾ ਹੋਣੀ ਚਾਹੀਦੀ ਸੀ, ਜਿਹਨੂੰ ਸ਼ਾਇਦ ਬੇਲ ਨਾ ਮਿਲਦੀ ਕਿਸੇ ਅਦਾਲਤ 'ਚ, ਅੱਜ 2 ਮਹੀਨੇ 'ਚ ਰੇਪ ਅਕਿਊਜ਼ਡ ਬਾਹਰ ਫਿਰ ਰਿਹਾ ਔਰ ਇਹਦੇ 'ਚ ਇੱਕ ਬਹੁਤ ਬੇਇਨਸਾਫੀ ਦੋ ਪੰਜਾਬ ਦੀ ਇਹ ਦੋਵੇਂ ਧੀਆਂ ਨੇ ਜਿਨ੍ਹਾਂ ਨੇ ਇਹ ਸ਼ਿਕਾਇਤ ਕੀਤੀ ਹੈ। ਸ਼ਾਇਦ ਇਹ ਪਹਿਲੀ ਵਾਰੀ ਹੋ ਰਿਹਾ ਕਿ ਇਸ ਕਿਸਮ ਦੀ ਬੇਇਨਸਾਫੀ, ਨਹੀਂ ਤਾਂ ਲੋਕ ਪੀੜਤਾਂ ਨਾਲ ਖਲੋਂਦੇ ਨੇ ਜਿਨ੍ਹਾਂ ਨਾਲ ਇਹ ਬੇਇਨਸਾਫੀ ਹੋਈ ਹੈ, ਸਰੀਰਕ ਸ਼ੋਸ਼ਣ ਹੋਇਆ ਹੈ, ਉਹਨਾਂ ਨਾਲ ਖਲੋਣਾ ਸਾਡਾ ਸਭ ਦਾ ਹੱਕ ਹੈ, ਜ਼ਿੰਮੇਵਾਰੀ ਹੈ। ਮਗਰ ਇੱਥੇ ਤਾਂ ਮੁੱਖ ਮੰਤਰੀ ਸਾਹਿਬ ਜਿਹੜਾ ਸ਼ੋਸ਼ਣ ਕਰ ਰਿਹਾ ਉਹਦੇ ਨਾਲ ਖਲੋ ਗਏ ਤਦੇ ਉਹ 2 ਮਹੀਨੇ ਚ ਬਾਹਰ ਆ ਗਿਆ। ਅੱਜ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਇਹਦਾ ਸੰਗਿਆਨ ਲਿਆ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਕੱਚੇ DGP ਤੋਂ ਆਸ ਨਾ ਰੱਖਿਓ। ਪੰਜਾਬ ਪੁਲਿਸ ਨੇ ਤਾਂ ਅੱਗੇ ਕਲੀਨ ਚਿੱਟ ਦਿੱਤੀ ਹੈ, ਉਹਨੂੰ ਬਾਹਰ ਕੱਢ ਲਿਆ ਹੈ। ਇਸ ਲਈ ਇਹਦੀ ਜੇ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਣੀ ਹੈ ਮੁੱਖ ਮੰਤਰੀ ਸਾਹਿਬ ਆਪ CBI ਨੂੰ ਦੇਣ, ਨਹੀਂ ਤਾਂ ਨੈਸ਼ਨਲ ਹਿਊਮਨ ਰਾਈਟਸ ਇਹਦੇ 'ਚ CBI ਤੋਂ ਇਨਕੁਆਇਰੀ ਕਰਾਵੇ, ਨਹੀਂ ਤਾਂ ਜਿਵੇਂ ED ਦੀ ਚਿੱਠੀ 'ਚ ਉਹਨਾਂ ਨੇ ਦਾਬੀ ਦਿੱਤੀ ਹੈ, ਆਹ ਚਿੱਠੀ ਵੀ ਦੱਬੀ ਜਾਊਗੀ
ਇਨਸਾਫ ਨਹੀਂ ਮਿਲੂਗਾ, ਜੇ ਧੀਆਂ ਭੈਣਾਂ ਨੂੰ ਇਨਸਾਫ ਨਹੀਂ ਮਿਲੂ ਫਿਰ ਕਿਹਨੂੰ ਮਿਲੂ। ਆਸ ਕਰਦਾ, ਉਮੀਦ ਕਰਦਾ ਕਿ ਸੀਬੀਆਈ ਜਾਂਚ ਔਰ ਇਮੀਡੀਏਟ ਅਰੈਸਟ ਜਿਨ੍ਹਾਂ ਨੂੰ ਬਾਹਰ ਕੱਢਤਾ ਗਿਆ ਇਸ ਪਰਚੇ 'ਚ ਹੋਵੇ, ਔਰ ਬੜੀ ਛੇਤੀ ਮੈਂ ਇਹਦੇ 'ਚ ਜਿਹੜੀ ਵੀਡੀਓ, ਫੋਟੋਗ੍ਰਾਫ, WhatsApp ਮੈਸੇजेस ਜੋ ਇਹ ਸਾਰਾ ਕੁਝ ਮੇਰੇ ਕੋਲ ਲੰਮੇ ਸਮੇਂ ਤੋਂ ਪਿਆ, ਮਗਰ ਮੈਂ ਇਸ ਲਿਹਾਜ਼ 'ਚ ਕਿ ਕਿਸੇ ਦੀ ਧੀ ਭੈਣ ਦੇ ਖਿਲਾਫ, ਘਰ ਵਾਲੀ ਦੇ ਖਿਲਾਫ ਮੈਂ ਕੀ ਗੱਲ ਕਰਨੀ ਹੈ, ਮਗਰ ਕਿਉਂਕਿ ਹੁਣ ਸਾਰਾ ਇਹ ਪਬਲਿਕ ਡੋਮੇਨ 'ਚ ਹੈ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਪੀੜਤਾਂ ਨਾਲ ਖਲੋਵਾਂ ਤੇ ਸੱਚ ਸਭ ਨੇ ਰੱਖਾ। ਬੜੀ ਛੇਤੀ ਮੈਂ ਰਿਲੀਜ਼ ਕਰੂੰਗਾ। ਬਹੁਤ ਬਹੁਤ ਧੰਨਵਾਦ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਧਾ ਹਮਲਾ ਕੀਤਾ ਹੈ। ਮਜੀਠੀਆ ਨੇ ਕਿਹਾ, ਪੰਜਾਬ ਦੀਆਂ ਧੀਆਂ ਭੈਣਾਂ ਨਾਲ ਖੜਨਾ ਮੇਰਾ ਫਰਜ਼ ਹੈ, ਪਰ ਤੂੰ ਤਾਂ ਜਬਰ ਜਨਾਹ ਦੇ ਦੋਸ਼ੀਆਂ ਦੀ ਢਾਲ ਬਣ ਗਿਆ। ਮਜੀਠੀਆ ਨੇ ਦਾਅਵਾ ਕੀਤਾ ਕਿ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਨੇੜਲੇ ਰਿਸ਼ਤੇਦਾਰ ਵੱਲੋਂ ਬਲਾਤਕਾਰ ਦੇ ਮੁਲਜ਼ਮ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਤੇ ਉਸ ਤੋਂ ਬਾਅਦ ਸਿਰਫ 2 ਮਹੀਨੇ ਦੇ ਵਿੱਚ ਹੀ ਮੁਲਜ਼ਮ ਬਰੀ ਹੋ ਗਿਆ। ਮਜੀਠੀਆ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਵੀ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀਡੀਓ, ਫੋਟੋਆਂ ਤੇ WhatsApp ਚੈਟਾਂ ਸਮੇਤ ਹੋਰ ਵੀ ਸਬੂਤ ਸਾਹਮਣੇ ਲਿਆਂਦੇ ਜਾਣਗੇ। ਪਰ ਧਿਆਨ ਰਹੇ, ਇਹ ਮਜੀਠੀਆ ਵੱਲੋਂ ਲਗਾਏ ਗਏ ਇਲਜ਼ਾਮ ਹਨ ਜਿਨ੍ਹਾਂ ਦੀ ਅਜੇ ਸੁਤੰਤਰ तौर पे पुष्टि नहीं हुई है। देखिए, ये मामला बहुत संगीन है क्योंकि ये एक पंजाब हरियाणा हाई कोर्ट के रिटायर्ड न्यायाधीश की ओर से, जस्टिस रणजीत सिंह जी की ओर से ये इल्ज़ाम लगा है। तो जब रिटायर्ड न्यायाधीश का कोई शिकायत लगाता है तो उसमें कुछ न कुछ कानूनी दावपेच देखकर ही लगाया होगा, ऐसा सबको समझ में आता है। और ये इल्ज़ाम लगाया है प्रदेश के मुख्यमंत्री जो भगवंत सिंह मान की धर्म पत्नी हैं उसके ऊपर के रेप केस को लेकर उस केस को रफा दफा करने के लिए 5 करोड़ रुपए की डिमांड की गई है। ये उसमें बहुत बड़ा संगीन इल्ज़ाम है। और जब ऐसे बड़े इल्ज़ाम लगते हैं तो क्योंकि इसको देखने के लिए रिपोर्ट तो देंगे डीजीपी और चीफ सेक्रेटरी, मुख्यमंत्री के पास ही तो सारे विभाग हैं और इसलिए जो है गृह मंत्रालय भी उनके पास है, तो डीजीपी साहब भी उन्हीं के कहे के अनुसार ही रिपोर्ट देंगे और चीफ सेक्रेटरी भी उन्हीं के हिसाब से रिपोर्ट देगा। तो यहाँ पे न्याय की रिपोर्ट आएगी, न्याय संगत रिपोर्ट आएगी, ऐसा शंका के घेरे में है। और मैं तो ये मांग करूँगा कि इसकी सीबीआई से जांच होनी चाहिए क्योंकि ये छोटे मोटे इल्ज़ाम नहीं है, सीएम की धर्मपत्नी के ऊपर लगा हुआ इल्ज़ाम है और इसके लिए कम से कम सीबीआई की ही इंक्वायरी चाहिए। हाँ, अगर इनके बीच में बहुत सारे ये सवाल उठाते हैं कि सीबीआई तो जो है वो भी केंद्रीय सरकार की एजेंसी है, उनके हाथों में खेलती है, तो ऐसा कर सकते हैं कि सुप्रीम कोर्ट के सिटिंग जज की निगरानी में कमेटी गठित की जाए और उसकी निगरानी में इसकी जांच हो ताकि दूध और पानी का पानी हो और लोगों को जो शंकाएं हैं वो साफ स्पष्ट हो। उधर बीजेपी आगू विजय सांपला ने भी मामले की निरपक्ष जांच की मांग की है। सांपला ने कहा मामले की जांच सीबीआई या फिर सुप्रीम कोर्ट के मौजूदा जज तो होनी चाहिए। उन्होंने मुताबिक मुख्यमंत्री भगवंत मान को गृह विभाग भी है मामले विच उन्हां दी पत्नी नाल जुड़े इल्जाम हैं। अजिहे विच सूबा सरकार की जांच के सवाल खड़े हो सकते हैं। बात यह है कि जो पार्टी अपने आप को कट्टर ईमानदार कहती थी, कट्टर बेईमान साबित हुए हैं और अब तो सीएम हाउस वो भी जो है लोगों के निशाने पे आ गया है। और नेशनल ह्यूमन राइट्स कमीशन उन्होंने नोटिस दिया है मिसेस भगवंत मान को अपना स्पष्टीकरण दें, क्योंकि फॉर्मर जस्टिस उन्होंने ये मामला सारा उठाया है और कि भी 5 करोड़ रुपए जो है लेने की बात हुई है एक रेप केस को दबाने के लिए। और कितनी विडंबना है कि एक महिला ही महिलाओं के खिलाफ है, महिलाओं के खिलाफ होने का उस पर आरोप लग रहा है। और डीजीपी को भी नोटिस किया है कि इस पे जो है वो बताएं। और मैं तो कहूँगा कि मुख्यमंत्री सरदार भगवंत सिंह मान
उनको आगे आकर बयान देना चाहिए, स्पष्टीकरण देना चाहिए। जनता, पंजाब की जनता के प्रति वो जवाबदेह है। अरविंद केजरीवाल कहते हैं कि हमारी पार्टी कट्टर ईमानदार पार्टी है और अगर जो कोई भ्रष्टाचार केस में पकड़ा जाता है या फिर पता लगता है तो हम उसके ऊपर तुरंत कार्रवाई करते हैं। वो कार्रवाई जालंधर करें। में भी बहुत इस तरीके के देखने को मिला आप- और पंजाब में भी देखने को मिला। आप सुप्रीमो अरविंद केजरीवाल वो इस पे कार्रवाई करें। अब जो बातें जो हैं वो फॉर्मर जस्टिस ने लगाई हैं, मेरे ख्याल जस्टिस रंजीत सिंह है, उन्होंने सारा मामला उठाया है। तो वो ऐसा तो होगा नहीं कि वो हवा में उठा दिया है। आफ्टर ऑल फॉर्मर जस्टिस रहे हैं, भगवंत मान, न्यायाधीश रहे हैं। आपको लगता है भगवंत मान को इसके ऊपर टिप्पणी करनी चाहिए और इस्तीफे की भी मांग होनी चाहिए? मैंने तो पहले ही बोला है इसको कि भी उन्होंने टिप्पणी क्या करनी, मैंने उसके स्पष्टीकरण देना चाहिए, उस पर जिम्मेवारी बनती है। ठीक है। एक देवेंद्र हुड्डा हैं कांग्रेस जिन्होंने कहा कि सज्जन कुमार पूरे देश के जो हैं वो हीरो हैं, रोल मॉडल हैं, तो आप उन्हें कैसे देखते हैं? क्या वो देश के रोल मॉडल हैं? देखिए, ऐसा है, जो 84 के दंगे हुए थे उसमें सज्जन कुमार का हाथ था और इसीलिए वो सज़ा भुगत रहे थे और उनकी मृत्यु जेल में हुई है। उसका दुख है जब कोई व्यक्ति जाता है, लेकिन वो रोल मॉडल नहीं हो सकता है। दंगे करवाने वाला क्या रोल मॉडल होगा? जिसने पंजाब की भावनाओं को आहत किया है। दीपेंद्र हुड्डा कह रहे हैं तो उनके लिए होगा, ये किसी और के लिए नहीं। ये पंजाब में ऐसी बातें जो है ना वो उचित नहीं लगती है। सोचना चाहिए था दीपेंद्र हुड्डा को ये बयान देने से पहले कि बिल्कुल, 100 जिस बार तरीके से सोचा। दिल्ली में दंगे हुए, पंजाब में जो कुछ हुआ, और उसके बाद उनको कहना कि ये देश के रोल मॉडल हैं। बिल्कुल जो है उसको सोच समझ के जो है बयान देना चाहिए था, क्योंकि 84 के दंगों में जो है उसका बड़ा भारी हाथ था और इसीलिए जो है वो सज़ा भुगत रहे थे। बीजेपी कुछ करेगी इसको लेकर? आगे कोई प्रदर्शन हो? इसमें क्या करना है, व्यक्ति चला दीपेंद्र गया, हुड्डा के खिलाफ। व्यक्ति चला गया, क्या। ਬੀਜੇਪੀ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਵੀ ਇਸ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਤੁਹਾਨੂੰ ਦੱਸ ਦਈਏ ਕਿ ਕਾਲੀਆ ਨੇ ਸਵਾਲ ਕੀਤਾ ਹੈ ਕਿ ਕੀ ਭਗਵੰਤ ਮਾਨ ਆਪਣੀ ਪਤਨੀ ਖਿਲਾਫ ਜਿਹੜੀ ਕਿ ਕਾਰਵਾਈ ਕਰਨਗੇ। ਨਾਲ ਹੀ ਉਹਨਾਂ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਹਨ। ਪਰ ਹੁਣ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਪੱਖ ਕੀ ਹੈ? ਆਪ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਤੇ 24 ਘੰਟੇ ਦੇ ਵਿੱਚ ਜਵਾਬ ਮੰਗਿਆ ਗਿਆ। ਆਪ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਸਿਰਫ ਇਲਜ਼ਾਮਾਂ ਦੇ ਆਧਾਰ ਤੇ ਕਿਸੇ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਮੁਤਾਬਕ ਪਹਿਲਾਂ ਜਾਂਚ ਅਤੇ ਸਬੂਤ ਸਾਹਮਣੇ ਆਉਣੇ ਚਾਹੀਦੇ ਹਨ। ਹੁਣ ਸਵਾਲ ਸਿਰਫ ਸਿਆਸੀ ਬਿਆਨਾਂ ਦਾ ਨਹੀਂ ਹੈ। 5 ਕਰੋੜ ਦੀ ਮੰਗ ਦੇ ਇਲਜ਼ਾਮਾਂ ਵਿੱਚ ਸੱਚਾਈ ਕੀ ਹੈ? NHRC ਦੀ ਜਾਂਚ ਤੋਂ ਕੀ ਸਾਹਮਣੇ ਆਵੇਗਾ ਅਤੇ ਕੀ ਇਹ ਮਾਮਲਾ CBI ਜਾਂਚ ਤੱਕ ਪਹੁੰਚੇਗਾ? ਫਿਲਹਾਲ NHRC ਦੀ ਰਿਪੋਰਟ ਦੀ ਉਡੀਕ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਇਹਨਾਂ ਗੰਭੀਰ ਇਲਜ਼ਾਮਾਂ ਦੇ ਪਿੱਛੇ ਅਸਲ ਤੱਥ ਕੀ ਹਨ।